Hello students, my name is Ajit Pathak and welcome to the Royal Group of College Bodawal online classes. आज ਆਪਾਂ ਮਨੀ ਐਂਡ ਬੈਂਕਿੰਗ ਦਾ ਜੋ ਟਾਈਪਸ ਆਫ ਮਨੀ ਹੈ ਉਸ ਦਾ ਆਪਾਂ ਅੱਗੇ ਜਿਹੜਾ ਹੈਗਾ ਨੈਕਸਟ ਅੱਗੇ ਪੜਨ ਜਾ ਰਹੇ ਹਾਂ। ਆਪਾਂ ਇਸ ਤੋਂ ਪਹਿਲਾਂ ਜਿਹੜਾ ਹੈ ਆਪਾਂ ਪੜਿਆ ਸੀਗਾ ਮੈਟੈਲਿਕ ਮਨੀ ਦੇ ਬਾਰੇ, ਠੀਕ ਹੈ। ਮਨੀ ਪ੍ਰੋਪਰ ਕਰ ਲਿਆ ਸੀ ਆਪਾਂ, ਮਨੀ ਆਫ ਅਕਾਊਂਟ, ਕੋਮੋਡਿਟੀ ਮਨੀ, ਰਿਪਰੈਜ਼ੈਂਟੇਟਿਵ ਮਨੀ ਦੀ ਗੱਲ ਕੀਤੀ ਸੀ ਆਪਾਂ ਨੇ। ਦੈਨ ਆਪਾਂ ਲੀਗਲ ਟੈਂਡਰ ਮਨੀ ਦੀ ਗੱਲ ਕੀਤੀ ਸੀ। ਲੀਗਲ ਟੈਂਡਰ ਮਨੀ ਹੈ ਜਿਹੜੀ ਉਹ ਅੱਗੇ ਦੋ ਪਾਰਟਸ ਦੇ ਵਿੱਚ ਡਿਵਾਈਡ ਹੋ ਜਾਂਦੀ ਹੈ। ਇੱਕ ਤੁਹਾਡੀ ਆ ਜਾਂਦੀ ਹੈ ਲਿਮਿਟਡ ਲੀਗਲ ਟੈਂਡਰ, ਇੱਕ ਅਨਲਿਮਿਟਡ ਲੀਗਲ ਟੈਂਡਰ। ਦੈਨ ਮੈਟੈਲਿਕ ਮਨੀ ਦੀ ਗੱਲ ਕੀਤੀ ਸੀ ਜਿਹਦੇ ਵਿੱਚ ਆਪਾਂ ਸਟੈਂਡਰਡ ਔਰ ਫੁੱਲ ਬੋਡਿਡ ਮਨੀ ਦੀ ਗੱਲ ਕੀਤੀ ਸੀਗੀ। ਐਂਡ ਸੈਕੰਡ ਟਾਈਪ ਦੀ ਆਪਾਂ ਗੱਲ ਕੀਤੀ ਸੀ ਟੋਕਨ ਮਨੀ ਦੀ। ਪੇਪਰ ਮਨੀ ਆਪਾਂ ਪੜ੍ਹ ਲਿਆ ਸੀ। ਆਪਾਂ ਅੱਜ ਉਸ ਦੀਆਂ ਜਿਹੜੀਆਂ ਹੈਗੀਆਂ ਨੇ 4 ਟਾਈਪਸ ਨੇ, ਆਪਾਂ ਉਹਦੀ ਗੱਲ ਕਰਨੀ ਹੈ। ਦੇਖੋ ਆਪਾਂ ਜਿਹੜਾ ਹੈ ਪੇਪਰ ਮਨੀ ਹੈ, ਠੀਕ ਹੈ। ਪੇਪਰ ਮਨੀ ਕਿਹੜੀ ਮਨੀ ਹੁੰਦੀ ਹੈ? ਪੇਪਰ ਮਨੀ ਹੁੰਦੀ ਹੈ ਮਨੀ ਮੇਡ ਆਫ ਪੇਪਰ, ਠੀਕ ਹੈ। ਮਨੀ it is that money which is made of paper, made of paper, ठीक है, जो पेपर ਦੀ ਬਣੀ ਹੁੰਦੀ ਹੈ। ਇਸ ਦੇ ਵਿੱਚ ਕੀ ਹੁੰਦਾ ਹੈ? it consists of currency notes issued by the government or the central bank of a country। ਜੋ ਇਹ ਪੇਪਰ ਮਨੀ ਹੈ ਇਹ ਕਿਹਦੇ ਦੁਆਰਾ ਜਿਹੜੀ ਹੈਗੀ ਹੈ ਇਸ਼ੂ ਕੀਤੀ ਜਾਂਦੀ ਹੈ? ਜਿਹੜੇ ਕਰੰਸੀ ਨੋਟਸ ਨੇ that are issued by government, ਉਹ ਜਾਂ ਤਾਂ ਜਿਹੜੇ ਗਵਰਨਮੈਂਟ ਦੇ ਦੁਆਰਾ ਇਸ਼ੂ ਹੁੰਦੇ ਹੈ ਜਾਂ ਹੁੰਦੇ ਤੁਹਾਡੇ ਜਿਹੜੇ ਹੈਗੇ ਆ ਜਿਹੜੇ ਤੁਹਾਡਾ ਰਿਜ਼ਰਵ ਬੈਂਕ ਹੁੰਦਾ ਹੈ, ਠੀਕ ਹੈ, ਜਾਂ ਸੈਂਟਰਲ ਬੈਂਕ। ਸੈਂਟਰਲ ਬੈਂਕ ਇਹ ਕੀ ਕਰਦਾ? ਇਸ਼ੂ ਕਰਦਾ ਇਹਨਾਂ ਨੂੰ, ਠੀਕ ਹੈ ਜੀ। ਸੈਂਟਰਲ ਬੈਂਕ ਜਿਵੇਂ ਇੰਡੀਆ ਦੇ ਵਿੱਚ RBI ਹੈ, ਠੀਕ ਹੈ। RBI ਆਪਣੇ ਜਿਹੜੇ ਨੋਟਸ ਆ ਉਹਨਾਂ ਨੂੰ ਕੀ ਕਰਦਾ? ਇਸ਼ੂ ਕਰਦਾ। ਉਸ ਤੋਂ ਬਾਅਦ ਇਹਦੀਆਂ ਫਰਦਰ ਜਿਹੜੀਆਂ 4 ਟਾਈਪਸ ਆ ਜਾਂਦੀਆਂ ਨੇ ਪੇਪਰ ਮਨੀ ਦੀਆਂ, ਠੀਕ ਹੈ। ਜੋ ਪੇਪਰ ਮਨੀ ਹੈ ਆਪਾਂ ਫਰਦਰ ਇਹਨੂੰ 4 ਟਾਈਪਸ ਦੇ ਵਿੱਚ ਕੀ ਕਰ ਦਿੰਦੇ ਆ? ਡਿਵਾਈਡ ਕਰ ਦਿੰਦੇ ਆ। ਪਹਿਲੀ ਕਿਹੜੀ ਹੈ? ਫਸਟ ਵਨ, ਇਹਦੇ ਵਿੱਚ ਆਪਾਂ ਗੱਲ ਕਰਦੇ ਆ ਰਿਪਰੈਜ਼ੈਂਟੇਟਿਵ ਪੇਪਰ ਮਨੀ। रिप्रेजेंटेटिव पेपर मनी, ठीक है जी। उस तो बाद जो सैकेंड टाइप है वो इस दे विच हैगी है तुहाडी कन्वर्टिबल पेपर मनी। कन्वर्टिबल पेपर मनी। थर्ड काइंड जो है वो है इस दी इनकन्वर्टिबल पेपर मनी। इनकन्वर्टिबल पेपर मनी। एंड जो फोर्थ टाइप है वो हैगी इसकी फिएट मनी। की है? फिएट मनी। ਹੁਣ ਆਪਾਂ ਜਿਹੜੀ ਸਭ ਤੋਂ ਪਹਿਲੀ ਜਿਹੜੀ ਰਿਪਰੈਜ਼ੈਂਟੇਟਿਵ ਮਨੀ ਹੈ ਆਪਾਂ ਸਭ ਤੋਂ ਪਹਿਲਾਂ ਉਸ ਦੀ ਗੱਲ ਕਰਾਂਗੇ। ਫਰਸਟ ਟਾਈਪ ਦੀ ਗੱਲ ਕਰਾਂਗੇ ਆਪਾਂ ਰਿਪਰੈਜ਼ੈਂਟੇਟਿਵ ਪੇਪਰ ਮਨੀ। ਰਿਪਰੈਜ਼ੈਂਟੇਟਿਵ ਪੇਪਰ ਮਨੀ। ਹੁਣ ਜਿਹੜਾ ਤੁਹਾਡਾ ਰਿਪਰੈਜ਼ੈਂਟੇਟਿਵ ਪੇਪਰ ਮਨੀ ਹੈ ਇਸ ਦੇ ਵਿੱਚ ਕੀ ਹੁੰਦਾ ਹੈ? ਜੋ ਤੁਹਾਡੀ ਰਿਪਰੈਜ਼ੈਂਟੇਟਿਵ ਪੇਪਰ ਮਨੀ ਹੈ, ठीक है, it is fully backed by gold and silver। it is fully backed by gold and silver, ठीक है जी। जो मतलब ये रिप्रेजेंटेटिव मनी केड़ी हुंदी है? वो वाली मनी हुंदी है जेडी fully backed हुंदी है by gold and silver, ठीक है। silver reserves ਇਸ ਦੇ ਵਿੱਚ ਕੀ ਹੁੰਦਾ ਹੈ? ਜਿਹੜੇ 골ਡ ਐਂਡ ਸਿਲਵਰ ਦੀ ਜਿਹੜੀ ਵੈਲਿਊ ਹੁੰਦੀ ਹੈ, ਠੀਕ ਹੈ, ਉਸ ਦੇ ਇਕੁਅਲੀ ਜਿਹੜੀ ਆਪਾਂ ਪੇਪਰ ਕਰੰਸੀ ਕੀ ਕਰਦੇ ਆ? ਇਸ਼ੂ ਕਰਦੇ ਆ। ਜਿੰਨਾ ਆਪਣੇ ਕੋਲੇ 골ਡ ਹੈ, ਠੀਕ ਹੈ, ਪਲੱਸ ਸਿਲਵਰ ਹੈ, ਕਿਹਦੇ ਵਿੱਚ? ਰਿਜ਼ਰਵ ਦੇ ਵਿੱਚ, ਠੀਕ ਹੈ। ਇਹਦੀ ਜਿਹੜੀ ਟੋਟਲ ਜਿਹੜੀ ਵੈਲਿਊ ਬਣਦੀ ਹੈ, ਜੋ ਇਸ ਦੀ ਟੋਟਲ ਵੈਲਿਊ ਹੈ, ਉਸ ਦੇ ਇਕੁਅਲ ਜਿਹੜੇ ਹੈਗੇ ਕਰੰਸੀ ਨੋਟ ਹੈ ਜਿਹੜੇ ਆਪਾਂ ਉਹ ਕੀ ਕਰ ਦਿੰਦੇ ਆ? ਇਸ਼ੂ ਕਰ ਦਿੰਦੇ ਆ। ਨੋਟਸ ਨੂੰ ਕੀ ਕੀਤਾ ਜਾਂਦਾ? ਇਸ਼ੂ ਕੀਤਾ ਜਾਂਦਾ, ਠੀਕ ਹੈ। ਸੋ ਹੋਪ ਸੋ ਇਹ ਕਲੀਅਰ ਹੋ ਗਿਆ ਹੋਗਾ। ਰਿਪਰੈਜ਼ੈਂਟੇਟਿਵ ਪੇਪਰ ਮਨੀ ਕਿਹੜੀ ਹੁੰਦੀ ਹੈ? ਰਿਪਰੈਜ਼ੈਂਟੇਟਿਵ ਪੇਪਰ ਮਨੀ ਇਜ਼ ਫੁੱਲੀ ਬੈਕਡ ਬਾय गोल्ड and silver reserves, ठीक है। In representative paper money
The currency notes are issued equal to the gold and silver reserves value. ठीक है, उस तो बाद ਜਿਹੜਾ है ਇਸ ਦੇ ਵਿੱਚ ਜਿਹੜਾ है पेपर मनी है, ठीक है, रिप्रेजेंटेटिव, इस दे कुछ एडवांटेजेस ने एंड कुछ ਜਿਹੜੇ ਹੈਗੇ डिसएडवांटेजेस ने। ठीक है, ਆਪਾਂ ਨੈਕਸਟ ਇਸ ਦੇ ਐਡਵਾਂਟੇजेस ਤੇ डिसएडवांटेजेस ਦੀ ਗੱਲ ਕਰਦੇ ਹਾਂ। ਇਸ ਦੇ ਵਿੱਚ ਜਿਹੜੇ ਹੈਗੇ ਕੁਝ ਇਹਦੇ ਜਿਹੜੇ ਐਡਵਾਂਟੇजेस ਨੇ, ਸਭ ਤੋਂ ਪਹਿਲਾਂ ਆਪਾਂ ਉਹਦੀ ਗੱਲ ਕਰਾਂਗੇ। एडवांटेजेस ऑफ रिप्रेजेंटेटिव पेपर मनी। ठीक है, हुण इहदे एडवांटेजेस अपने कोल जिहड़े है वो किहड़े-किहड़े? पहला एडवांटेज हैगा पेपर मनी दा, रिप्रेजेंटेटिव पेपर मनी दा, इट इकोनोमाइज द यूज ऑफ प्रीशियस मेटल। इट economizes the use of precious metal। ठीक है, ਹੁਣ ਇਹ ਕਿਸ ਤਰੀਕੇ ਨਾਲ, ਕਿਉਂ? ਕਿਉਂਕਿ ਹੁਣ ਆਪਾਂ ਨੂੰ ਪਤਾ ਹੈ ਕਿ ਅਗਰ ਆਪਾਂ ਮਾਰਕੀਟ ਦੇ ਵਿੱਚ ਕੋਇਨਸ ਨੇ, ਜਿਹੜੇ 골ਡ ਕੋਇਨਸ ਨੇ ਜਾਂ ਸਿਲਵਰ ਕੋਇਨਸ ਨੇ, ਅਗਰ ਉਹ ਵਾਲੇ ਜਿਹੜੇ ਹੈਗੇ ਇਸ਼ੂ ਕੀਤੇ ਜਾਣ, ਠੀਕ ਹੈ, ਤਾਂ ਉਸ ਦੇ ਨਾਲ ਕੀ ਹੋਊਗਾ, ਉਸ ਦਾ ਇੱਕ ਜਿਹੜੀ ਵੈਲਿਊ ਹੈ ਉਹ ਕੀ ਡੈਪਰੀਸ਼ੀਏਟ ਹੋਊਗੀ। ਡੈਪਰੀਸ਼ੀਏਟ ਕਿਸ ਤਰੀਕੇ ਨਾਲ ਹੋਊਗੀ? ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਦੋਂ ਆਪਾਂ ਕੋਇਨਸ ਨੂੰ ਯੂਜ਼ ਕਰਦੇ ਹਾਂ ਤਾਂ ਉਸ ਦੀ ਜਿਹੜੀ ਉਸ ਦੀ ਕੁਆਂਟੀਟੀ ਹੈ ਜਾਂ ਆਪਾਂ ਉਹਨੂੰ ਕਹਿ ਦਈਏ ਕਿ ਉਹ ਕੀ ਹੈ, ਘਿਸਾਵਟ ਹੋ ਜਾਂਦੀ ਹੈ ਉਸ ਦੀ। ਤੁਸੀਂ ਦੇਖਿਆ ਹੋਊਗਾ ਕਿ ਆਪਣੇ ਕੋਲ ਜਿਹੜੇ ਅੱਜ ਕੱਲ੍ਹ ਕੋਇਨਸ ਹੁੰਦੇ ਆ, ਕਿ ਕੁਝ ਕੋਇਨਸ ਜਿਹੜੇ ਕਾਫੀ ਪੁਰਾਣੇ ਹੁੰਦੇ ਆ, ਉਸ ਦੇ ਉੱਪਰ ਜੋ ਨੰਬਰਸ ਲਿਖੇ ਹੁੰਦੇ ਆ, ਠੀਕ ਹੈ, ਉਹ ਵੀ ਆਪਾਂ ਨੂੰ ਪ੍ਰੋਪਰਲੀ ਨਜ਼ਰ ਨਹੀਂ ਆਉਂਦੇ। ਉਸ ਦਾ ਰੀਜ਼ਨ ਕੀ ਹੁੰਦਾ ਹੈ? ਬਿਕੋਜ਼ ਉਸ ਦੇ ਉੱਪਰ ਜੋ ਉਹ ਜਿਹੜੇ ਕੋਇਨ ਆ ਉਹ ਡੈਪਰੀਸ਼ੀਏਟ ਹੋ ਗਿਆ। ਠੀਕ ਹੈ, ਮਤਲਬ ਜੋ ਉਸਦਾ ਜੋ ਵੇਟ ਹੈ, ਵੇਟ ਕੀ ਹੋ ਜਾਂਦਾ ਹੈ, ਘਟ ਜਾਂਦਾ ਹੈ। ਸੋ ਅਗਰ ਆਪਾਂ ਕੋਇਨਸ ਵਗੈਰਾ ਨੂੰ ਯੂਜ਼ ਕਰਦੇ, 골ਡ ਐਂਡ ਸਿਲਵਰ ਕੋਇਨਸ ਨੂੰ ਜਦੋਂ ਆਪਾਂ ਐਜ਼ ਅ ਮੀਡੀਅਮ ਆਫ ਐਕਸਚੇਂਜ ਆਪਾਂ ਯੂਜ਼ ਕਰਦੇ ਸੀ, ਤਾਂ ਉਸ ਦੇ ਵਿੱਚ ਜਿਹੜੀ ਉਹਦੀ ਵੈਲਿਊ ਸੀ, ਜੋ ਉਸਦਾ ਮਤਲਬ ਜੋ ਉਸਦਾ ਵੇਟ ਸੀ, ਉਹ ਕੀ ਹੋ ਜਾਂਦਾ ਸੀਗਾ, ਘਟ ਜਾਂਦਾ ਸੀ। ਜਿਹੜਾ ਕੋਇਨਸ ਨੇ ਉਹ ਡੈਪਰੀਸ਼ੀਏਟ ਹੋ ਜਾਂਦੇ ਸੀ। ਇਸ ਵਜ੍ਹਾ ਕਰਕੇ ਜਿਹੜਾ ਜਦੋਂ ਆਪਾਂ ਫੇਰ ਕੀ ਕੀਤਾ, ਪੇਪਰ ਮਨੀ ਨੂੰ ਯੂਜ਼ ਕੀਤਾ ਗਿਆ, ਤਾਂ ਪੇਪਰ ਮਨੀ ਦੇ ਨਾਲ ਇੱਕ ਤਰੀਕੇ ਦੇ ਨਾਲ ਆਪਾਂ ਇਕੋਨੋਮਾਈਜ਼ ਯੂਜ਼ ਕਰ ਲਿਆ। ਕਿਉਂ? ਕਿਉਂਕਿ ਹੁਣ ਪੇਪਰ ਮਨੀ ਹੈ, ਪੇਪਰ ਮਨੀ ਦੀ ਇੱਕ ਤਾਂ ਕਾਸਟ ਘੱਟ ਆਉਂਦੀ ਹੈ, ਤੇ ਦੂਸਰਾ ਉਹਦੇ ਵਿੱਚ ਜਿਹੜੀ ਮੈਟਲ ਹੈ, ਮੈਟਲ ਦੇ ਇਕੁਅਲ ਆਪਾਂ ਜਿਹੜਾ ਹੈਗਾ ਪੇਪਰ ਮਨੀ ਹੈ ਉਸਨੂੰ ਆਪਾਂ ਇਸ਼ੂ ਕਰ ਰਹੇ ਹਾਂ। ਠੀਕ ਹੈ, ਇੱਕ ਤਰੀਕੇ ਨਾਲ ਇਹ ਲਾ ਲਓ ਕਿ ਆਪਣੇ ਮਾਰਕੀਟ ਦੇ ਵਿੱਚ ਪੈਸਾ ਤਾਂ ਉਨਾ ਹੀ ਹੈ ਨਾ ਜਿੰਨਾ ਆਪਣੇ ਕੋਲ 골ਡ ਐਂਡ ਸਿਲਵਰ ਹੈ। ਠੀਕ ਹੈ, ਅਗਰ ਆਪਾਂ 골ਡ ਐਂਡ ਸਿਲਵਰ ਡਾਇਰੈਕਟਲੀ ਲੋਕਾਂ ਨੂੰ ਦਿੰਦੇ ਤਾਂ ਵੀ ਫਿਰ ਵੀ ਉਹ ਓਨਾ ਹੀ ਖਰੀਦ ਸਕਦੇ ਸੀਗੇ, ਤੇ ਹੁਣ ਅਗਰ ਆਪਾਂ ਉਸਦੇ ਬਦਲੇ ਅਗਰ ਆਪਾਂ ਨੂੰ ਉਹਦੇ ਇਕੁਅਲਾਈਜ਼ ਅਗਰ ਆਪਾਂ ਪੇਪਰ ਮਨੀ ਦੇਤੀ ਤਾਂ ਵੀ ਉਹ ਓਨਾ ਹੀ ਖਰੀਦ ਸਕਦੇ ਆ। ਸੋ ਇਸ ਕੇਸ ਦੇ ਵਿੱਚ ਕੀ ਚੀਜ਼ ਦਾ ਫਰਕ ਪਿਆ? ਫਰਕ ਇਸ ਚੀਜ਼ ਦਾ ਪਿਆ ਕਿ ਜਿਹੜੀ ਡੈਪਰੀਸ਼ੀਏਟ ਹੁੰਦੀ, ਜੋ ਡੈਪਰੀਸੀਏਸ਼ਨ ਹੁੰਦੀ ਸੀ ਮੈਟਲ ਦੀ, ਉਹਨੂੰ ਆਪਾਂ ਕੀ ਕਰਤਾ, ਐਕਸਕਲੂਡ ਕਰਤਾ, ਉਸਨੂੰ ਆਪਾਂ ਇਗਨੋਰ ਕਰਤਾ। ਇਹਦੇ ਵਿੱਚ ਮਤਲਬ ਇਹਦੇ ਵਿੱਚ ਕੀ ਹੈ, ਉਸ ਚੀਜ਼ ਤੋਂ ਆਪਾਂ ਬਚ ਗਏ। ਸੋ ਇਸ ਕਰਕੇ ਜਿਹੜਾ ਹੈਗਾ ਇਹ ਵਾਲਾ ਮੈਥਡ ਸੀ ਉਹ ਕਿਸੇ ਇਕੋਨੋਮਾਈਜ਼ ਯੂਜ਼ ਸੀ। ਦੈਨ ਫਿਰ ਲੈਕ ਆਫ ਇਲਾਸਟਿਸਿਟੀ, ਸੌਰੀ, ਇਸ ਤੋਂ ਬਾਅਦ ਆ ਜਾਂਦਾ ਨੋ ਫੀਅਰ ਆਫ ਓਵਰ ਯੂਜ਼, ਓਵਰ ਇਸ਼ੂ, ਨੋ ਫੀਅਰ ਆਫ ਓਵਰ ਇਸ਼ੂ। ਹਾਂਜੀ, ਇਹਦੇ ਵਿੱਚ ਕੋਈ ਵੀ ਡਰ ਨਹੀਂ ਹੁੰਦਾ ਸੀਗਾ ਕਿ ਆਪਣੇ ਤੋਂ ਜੋ ਕਰੰਸੀ ਹੈ ਕਿਤੇ ਓਵਰ ਇਸ਼ੂ ਨਾ ਹੋ ਜੇ। ਠੀਕ ਹੈ, ਹੁਣ ਓਵਰ ਇਸ਼ੂ ਦਾ ਰੀਜ਼ਨ ਕੀ ਹੁੰਦਾ ਹੈ? ਓਵਰ ਇਸ਼ੂ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਵੀ ਆਪਾਂ ਕੋਈ ਕਰੰਸੀ ਹੈ ਉਹ ਲੋੜ ਤੋਂ ਵੱਧ ਅਗਰ ਲੋਕਾਂ ਕੋਲ ਅਗਰ ਸਪਲਾਈ ਜ਼ਿਆਦਾ ਹੋਗੀ, ਠੀਕ ਹੈ, ਤਾਂ ਕੀ ਹੋਗਾ ਕਿ ਜੋ ਪਬਲਿਕ ਹੈ, ਪਬਲਿਕ ਕੋਲ ਜੋ ਪੈਸਾ ਹੈ ਉਹ ਜ਼ਿਆਦਾ ਆ ਜਾਊਗਾ। ਦੈਟ ਮੀਨ ਉਹਨਾਂ ਦੀ ਜਿਹੜੀ ਪਰਚੇਜ਼ਿੰਗ ਪਾਵਰ ਹੈ, ਠੀਕ ਹੈ, ਉਹ ਕੀ ਹੈ, ਇਨਕਰੀਜ਼ ਹੋ ਜੂਗੀ। ਪਰਚੇਜ਼ਿੰਗ ਪਾਵਰ ਹੈ ਜਿਹੜੀ ਉਹ ਕੀ ਹੈ, ਇਨਕਰੀਜ਼ ਹੋ ਜੂਗੀ। ਪਰਚੇਜ਼ਿੰਗ ਪਾਵਰ ਇਨਕਰੀਜ਼ ਹੋਊਗੀ ਤਾਂ ਜਿਹੜੀ ਮਾਰਕੀਟ ਡਿਮਾਂਡ ਜਿਹੜੀ ਹੈਗੀ ਹੈ, ਜਿਹੜੀ ਡਿਮਾਂਡ ਫॉर ਪ੍ਰੋਡਕਟ ਹੈ, ਮਾਰਕੀਟ ਡਿਮਾਂਡ ਹੈ, ਉਹ ਕੀ ਇਨਕਰੀਜ਼ ਕਰ ਜੂਗੀ। ਆਪਣੇ ਕੋਲੇ ਅਗਰ ਉਸ ਪ੍ਰੋਡਕਸ਼ਨ ਉਨੀ ਜ਼ਿਆਦਾ ਨਾ ਹੋਈ ਤਾਂ ਕੀ ਪ੍ਰਾਈਸਿਸ ਨੇ ਜਿਹੜੇ ਅਲਟੀਮੇਟਲੀ ਕੀ ਰਾਈਜ਼ ਹੋਣ ਲੱਗ ਜਾਣਗੇ, ਜੋ ਕਿ ਇੱਕ ਵੱਡਾ ਕਾਰਨ ਬਣਦਾ ਕਿਸ ਦਾ, ਇਨਫਲੇਸ਼ਨ ਦਾ। ਠੀਕ ਹੈ, ਜੋ ਇੱਕ ਵੱਡਾ ਰੀਜ਼ਨ ਬਣਦਾ ਇਨਫਲੇਸ਼ਨ ਦਾ। ਉਸ ਚੀਜ਼ ਤੋਂ ਬਚਣ ਦੇ ਲਈ ਜਿਹੜਾ ਹੈਗਾ, ਅਗਰ ਆਪਾਂ ਰਿਪਰੈਜ਼ੈਂਟੇਟਿਵ ਪੇਪਰ ਮਨੀ ਹੈ, ਇਸ ਦੇ ਵਿੱਚ ਇਹਦਾ ਜਿਹੜਾ ਇੱਕ ਬੈਨੀਫਿਟ ਹੁੰਦਾ ਸੀਗਾ ਕਿ ਕੋਈ ਵੀ ਓਵਰ ਯੂਜ਼ ਦਾ, ਓਵਰ ਇਸ਼ੂ ਦਾ ਆਪਾਂ ਨੂੰ ਕੋਈ ਵੀ ਡਰ ਨਹੀਂ ਹੁੰਦਾ ਸੀ ਕਿ ਓਵਰ ਇਸ਼ੂ ਹੋ ਜੂਗੀ, ਜਿਸ ਵਜ੍ਹਾ ਕਰਕੇ ਇਨਫਲੇਸ਼ਨ ਦੀ ਜਿਹੜੀ ਪ੍ਰੋਬਲਮ ਹੈ ਕਿਤੇ ਉਹ ਨਾ ਆਪਾਂ ਨੂੰ ਫੇਸ ਕਰਨੀ ਪੈ ਜੇ। ਸੋ ਇਸ ਕਰਕੇ ਜਿਹੜਾ ਹੈਗਾ ਰਿਪਰੈਜ਼ੈਂਟੇਟਿਵ ਪੇਪਰ ਮਨੀ ਹੈ, ਇਹ ਇੱਕ ਤਰੀਕੇ ਨਾਲ ਹੈਲਪਫੁਲ ਸੀਗਾ। ਉਸ ਤੋਂ ਬਾਅਦ ਜਿਹੜਾ ਹੈ ਨੈਕਸਟ ਹੈ, ਉਹਦੇ ਵਿੱਚ ਆਪਾਂ ਨੈਕਸਟ ਪੁਆਇੰਟ ਇਹਦਾ ਹੈਗਾ ਉਹ ਹੈਗਾ ਇਟ ਇਨਸਪਾਇਰਸ ਪਬਲਿਕ ਕੌਨਫੀਡੈਂਸ। ਇਟ ਇਨਸਪਾਇਰਸ ਪਬਲਿਕ
कॉन्फिडेंस। हाँ जी, हुण पब्लिक कॉन्फिडेंस किस तरीके नाल आया? देखो हुण जदों लोकां दे विच एक जदों जिहड़े लोक ने उन्हां नूं एक चीज़ दा पता है कि जिहड़ी अपने कोल मनी इशू हुई है, ठीक है, जो मनी अपने कोल की हुई है इशू हुई है, दैट इज़ इक्वल टू यूअर रिजर्व्स। किहड़े रिजर्व्स? जिहड़े अपने कोल गोल्ड प्लस सिल्वर दे ने, ठीक है। गोल्ड ते सिल्वर दे जिहड़े रिजर्व ने उहदे इक्वल जिहड़ी वैल्यू है, आपां उहदे बराबर जिहड़े नोट्स वगैरह मनी है जिहड़ी वो इशू कीती है। सो इहदे नाल की है, जिहड़ी पब्लिक है उसका एक कॉन्फिडेंस बनिया रहिंदा है। कि कॉन्फिडेंस बनिया रहिंदा है कि इन केस अगर सानू जरूरत पई तां साडे कोल जिहड़ी मनी हैगी है उसदे इक्वलाइज गोल्ड एंड सिल्वर जिहड़ा हैगा वो बैंक दे कोले की है पे है, ठीक है। तो फिर उस दे विच उन्हां नूं की हुंदा कि एक तरीके नाल हुंदा ना कि बैंक करप्ट दी सिचुएशन लगदी है कि बैंक करप्ट ना हो जाए या किते साडा जिहड़ा पैसा डुੱਬ ना जावे या किते साडे नाल फ्रॉड ना हो जाए। सो उस चीज़ तो अगर जिहड़ा आपां बचन दी गल करदे तां उस जगह दे उपर जिहड़ा आपां रिप्रजेंटेटिव पेपर मनी है ये बड़ा जिहड़ा बेनीफिशियल सी, ठीक है। उस तो बाद जिहड़ा है इहदे कुछ डिसएडवांटेजेस ने, डिसएडवांटेजेस किहड़े किहड़े ने? पहला हैगा गोल्ड एंड सिल्वर आर टू बी मेनटेन्ड। हुण अगर एक इकोनॉमी दे विच अगर आपां चाहते हैं दैन वी शुड नीड टू मेनटेन आर गोल्ड एंड सिल्वर रिजर्व्स, ठीक है। जिहड़े अपने कोल गोल्ड एंड सिल्वर जिहड़े रिजर्व ने, ठीक है, गोल्ड एंड सिल्वर दे जिहड़े रिजर्व्स ने दैट शुड बी मेनटेन, उन्होंने आपां नूं मेनटेन करके रखना पऊगा, ठीक है। कोई ਇਹਦੇ ਵਿੱਚ ਆਪਾਂ ਨੂੰ ਜ਼ਰੂਰੀ ਹੈ ਕਿ ਉਹਨਾਂ ਨੂੰ ਮੇਨਟੇਨ ਕਰਕੇ ਰੱਖਣਾ ਪਵੇ। ਤੇ ਦੂਸਰਾ ਜਿਹੜਾ ਦਾ ਡਿਸਐਡਵਾਂਟੇਜ ਹੈ ਉਹ ਇਹ ਹੈ, ਮਤਲਬ ਆਪਾਂ ਜਿਹੜਾ ਆਪਣੇ ਕੋਲ 골ਡ ਐਂਡ ਸਿਲਵਰ ਹੈ ਉਹ ਆਪਾਂ ਕਿਸੇ ਹੋਰ ਯੂਜ਼ ਦੇ ਲਈ ਨਹੀਂ ਯੂਜ਼ ਕਰ ਸਕਦੇ, ਨਹੀਂ ਵਰਤ ਸਕਦੇ, ਕਿਉਂ? ਕਿਉਂਕਿ ਆਪਾਂ ਨੂੰ ਜਿਹੜਾ 골ਡ ਐਂਡ ਸਿਲਵਰ ਮੇਨਟੇਨ ਕਰ ਰੱਖ ਕੇ ਕਰਨਾ ਪਊਗਾ। ਅਗਰ ਆਪਣੇ ਕੋਲੇ ਜਿਹੜਾ 골ਡ ਐਂਡ ਸਿਲਵਰ ਦੀ ਜਿਹੜੀ ਹੈਗੀ ਹੈ ਰਿਜ਼ਰਵਸ ਘਟ ਜਾਂਦੇ ਹੈ ਤਾਂ ਆਪਾਂ ਨੂੰ ਮਨੀ ਸਪਲਾਈ ਨੂੰ ਵੀ ਘਟਾਉਣਾ ਪਊਗਾ, ठीक है। सो एक बड़ा रीजन रहता है। दूसरा है लैक ऑफ इलास्टिसिटी। लैक ऑफ इलास्टिसिटी का डिसएडवांटेज क्यों है? क्योंकि अगर आप किसी सिचुएशन दे विच आपां पैसा वधाना जां घटाना चाहते आपां नहीं वधा सकते। सपोज करो कि आपां नूं जरूरत पेगी मार्केट दे विच आपां नूं पैसे जा जरूरत है, कोई जिहड़ी आपदा आ गई, कोई कुदरती आफत आ गई, उहदे नाल बहुत सारा नुकसान हो गया, आपां चाहते कि आपां लोकां दी हेल्प करिए, उन्हां नूं किसी ना किसी तरीके नाल आपां उन्हां नूं पैसा दईए, बट आपां नहीं दे पावांगे। क्यों नहीं दे पावांगे? क्योंकि अपने कोल रिजर्व ही नहीं हैगे, आपां ओवर इशू नहीं कर सकते ना। सो इत्थे एक बहुत वड्डी प्रॉब्लम आंदी है लैक ऑफ इलास्टिसिटी दी, ठीक है, कि आपां चाह के भी अपना जिहड़ा हैगा सप्लाई है उसनूं जिहड़ा है वधा या घटा नहीं सकते। अपनी जिहड़ी सप्लाई है वो इक्वलाइज रहूगी जिन्ने अपने कोले की है रिजर्व्स दे विच पए है। गोल्ड एंड सिल्वर जिन्हें अपने को रिजर्व्स दे विच ने आपां उहदे इक्वल ही की है कर सकते हैं, आपां जिहड़ा नोट्स वगैरह ने उन्हां नूं इशू कर सकते हैं। उस तो बाद इहदा जिहड़ा नैक्सट है वो हैगा नॉट सुटेबल फॉर पुअर नेशनस, नॉट सुटेबल फॉर पुअर नेशनस। अगर आपां गल करिए सब सहारा कंट्रीज़ दी या लैस डिवेलप कंट्रीज़ दी ਤਾਂ ਉੱਥੇ ਕਿਤੇ ਨਾ ਕਿਤੇ ਇਹ ਵਾਲਾ ਜਿਹੜਾ ਮੈਥਡ ਹੈ ਉਹ ਜ਼ਿਆਦਾ ਬੈਨੀਫੀਸ਼ੀਅਲ ਨਹੀਂ ਹੈਗਾ। ਉਸ ਦਾ ਰੀਜ਼ਨ ਕੀ ਹੈ? ਕਿਉਂਕਿ ਉੱਥੇ ਇੱਕ ਤਾਂ ਆਪਾਂ ਨੂੰ ਪਤਾ ਹੈ ਕਿ ਪੋਪੂਲੇਸ਼ਨ ਜਿਹੜੀ ਹੈਗੀ ਇਹਨਾਂ ਕੰਟਰੀਜ਼ ਦੇ ਵਿੱਚ ਜ਼ਿਆਦਾ ਹੁੰਦੀ ਹੈ, ਠੀਕ ਹੈ, ਤੇ ਇਹਨਾਂ ਕੰਟਰੀਜ਼ ਦੇ ਵਿੱਚ ਜਿਹੜੇ ਪੀਪਲ ਡਿਮਾਂਡ ਹੈ ਉਹ ਕੀ ਜ਼ਿਆਦਾ ਹੁੰਦੀ ਹੈ। ਸੋ ਅਗਰ ਉਹਨਾਂ ਇੱਕ ਚੀਜ਼ ਹੋਰ ਹੈ, ਇਹਨਾਂ ਕੋਲੇ ਜਿਹੜੇ 골ਡ ਤੇ ਸਿਲਵਰ ਦੇ ਜਿਹੜੇ ਰਿਜ਼ਰਵਸ ਹੁੰਦੇ ਹੈ, ਜਿਹੜੇ ਰਿਜ਼ਰਵਸ ਨੇ ਉਹ ਕੀ ਹੈ ਘੱਟ ਹੁੰਦੇ ਹੈ। 골ਡ ਐਂਡ ਸਿਲਵਰ ਰਿਜ਼ਰਵ ਕੀ ਹੈ ਘੱਟ ਹੁੰਦੇ ਹੈ। सो उस वजह करके इन्हों इस चीज़ का जोड़ा है इस प्रॉब्लम का सामना करना पैंदा है, क्योंकि उन्होंने को गोल्ड सिल्वर रिजर्व घट होंगे, पॉपूलेशन ज़्यादा है, वो करंसी नोट्स ने जोड़े वो इशू घट कर सकते हैं, ठीक है, घट होणगे तो लोगों दी पूरियां जिहड़े डिमांड्स वो नहीं होणगे। इस करके ये जिहड़ा है मैथड है ये सूटेबल नहीं हैगा पुअर नेशनस दे लई, ठीक है जी। उस तो बाद नैक्सट जिहड़ा है अगे नैक्सट जिहड़ा है वो है कन्वर्टिबल पेपर मनी। सैकेंड कन्वर्टिबल पेपर मनी। हाँ जी, कन्वर्टिबल पेपर मनी। कन्वर्टिबल पेपर मनी अंडर विच is convertible into standard coins is called convertible paper money. Convertible paper money केड़ी हुंदी है? It is that money which is convertible into standard coins, ठीक है, वो वाली मनी हुंदी है which
is convertible into standard coins, ठीक है, that is called your convertible paper money। ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਆਪਣੇ ਕੋਲੇ ਕਨਵਰਟੇਬਲ ਪੇਪਰ ਮਨੀ ਦਾ ਬੇਸਿਕਲੀ ਕੀ ਹੈ ਕਿ ਇੱਕ ਤਰੀਕੇ ਨਾਲ ਆਪਾਂ ਰਿਪਰੈਜ਼ੈਂਟੇਟਿਵ ਮਨੀ ਦੀ ਹੀ ਟਾਈਪ ਮੰਨ ਲਈਏ, ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਆਪਣੇ ਕੋਲੇ ਜਿਹੜਾ 골ਡ ਐਂਡ ਸਿਲਵਰ ਦੇ ਇਕੁਅਲਾਈਜ਼ ਹੁੰਦਾ, ਮਤਲਬ ਪੈਕ 골ਡ ਐਂਡ ਸਿਲਵਰ ਪੈਕਟ ਹੁੰਦਾ, ਠੀਕ ਹੈ। ਉਹਦੇ ਵਿੱਚ ਕੀ ਹੁੰਦਾ ਕਿ ਅਗਰ ਕਿਸੇ ਇਨਸਾਨ ਨੂੰ ਕਿਸੇ ਜਗ੍ਹਾ ਦੇ ਉੱਪਰ ਥੋੜਾ ਜਿਹਾ ਇਹ ਚੀਜ਼ ਲੱਗਦੀ ਹੈ ਕਿ ਕਿਤੇ ਮੈਨੂੰ ਜਿਹੜਾ ਮੇਰਾ ਪੈਸਾ ਉਹ ਡੁੱਬ ਨਾ ਜਾਏ, ਜਾਂ ਕਿਤੇ ਵੀ ਕੌਨਫੀਡੈਂਸ ਅਗਰ ਲੂਜ਼ ਹੁੰਦਾ ਹੈ, ਠੀਕ ਹੈ, ਕਨਵਰਟ ਇੱਕ ਆਪਾਂ ਨੂੰ ਫੇਥ ਹੁੰਦਾ ਨਾ ਆਪਣੀ ਕਰੰਸੀ ਦੇ ਵਿੱਚ, ਅਗਰ ਕਿਤੇ ਨਾ ਕਿਤੇ ਉਹ ਲੂਜ਼ ਹੁੰਦਾ ਤਾਂ ਉਸ ਜਗ੍ਹਾ ਦੇ ਉੱਪਰ ਕੀ ਹੈ, ਜਿਹੜਾ ਕੋਈ ਵੀ ਜਿਹੜਾ ਇਨਸਾਨ ਹੈ ਉਹ ਕੀ ਕਰ ਸਕਦਾ, ਉਹ ਬੈਂਕ ਜਾਂ ਆਰਬੀਆਈ ਕੋਲ ਜਾਂ ਕਿਸੇ ਵੀ ਜਿਹੜਾ ਉਹਦਾ ਸੈਂਟਰਲ ਬੈਂਕ ਹੈ ਜਾਂ ਗਵਰਨਮੈਂਟ ਹੈ ਉਸਦੇ ਕੋਲ ਜਾ ਕੇ ਆਪਣੇ ਪੇਪਰ ਦੇ ਬਦਲੇ ਜਿਹੜੇ ਸਟੈਂਡਰਡ ਕੋਇਨਸ ਨੇ ਜੋ 골ਡ ਐਂਡ ਸਿਲਵਰ ਦੇ ਨੇ ਉਹਨਾਂ ਦੇ ਵਿੱਚ ਉਹਨੂੰ ਕਨਵਰਟ ਜਿਹੜਾ ਹੈਗਾ ਕਰਵਾ ਸਕਦਾ। ਹੁਣ ਕਨਵਰਟ ਤੋਂ ਹੀ ਨਾਮ ਬਣਿਆ ਕਨਵਰਟੇਬਲ, ਮਤਲਬ ਪੇਪਰ ਮਨੀ ਨੂੰ ਕਨਵਰਟ ਕਰਨਾ, ਕਨਵਰਟ ਕਰਵਾ ਸਕਦੇ ਆਪਾਂ। ਕਿਹਦੇ ਵਿੱਚ ਕਨਵਰਟ ਕਰਵਾ ਸਕਦੇ ਆਪਾਂ? ਕਨਵਰਟ ਕਰਵਾ ਸਕਦੇ ਹਾਂ ਸਟੈਂਡਰਡ ਕੋਇਨਸ ਦੇ ਵਿੱਚ, ਠੀਕ ਹੈ। ਇਹਦੇ ਕੁਝ ਕਰੈਕਟਰਿਸਟਿਕਸ ਨੇ, ਉਹਦੇ ਵਿੱਚ ਜਿਹੜਾ ਪਹਿਲਾ ਹੈਗਾ ਇੰਡੀਵਿਜੂਅਲ ਕੈਨ ਗੈਟ ਪੇਪਰ ਮਨੀ ਇਨ ਕੈਸ਼, ਠੀਕ ਹੈ, ਪਹਿਲਾ ਕਰੈਕਟਰਿਸਟਿਕਸ ਇਹਦਾ ਇਹ ਹੈ, ठीक है। सेकंड है इट इज बैक्ड ऑफ गोल्ड एंड सिल्वर। फर्स्ट कैरेक्टरिस्टिक की है इंडिविजुअल कैन गेट पेपर मनी इन कैश, ठीक है, गेट पेपर मनी इन कैश। सैकेंड जिहड़ा है वो की है, सैकेंड दे विच आ जांदा है इट इज बैक्ड ऑफ गोल्ड एंड सिल्वर, इट इज बैक्ड ऑफ गोल्ड एंड सिल्वर। उस तो बाद जिहड़ा है थर्ड इहदे विच आ जांदा है वो है इट इज द वैल्यू ऑफ मैटेलिक रिजर्व्स इज लैस दैन द वैल्यू ऑफ नोट्स इशू, value of metallic reserves, the value of metallic reserves is less than the value of notes issue। मतलब अपने कोले जिन्ने आपां नोट इशू कीते उस तो घट आपां नूं जिहड़े हैगे रिजर्व्स चाहिए होंदे, ते इह वाले जिहड़े रिजर्व्स ने इह किहड़ी फॉर्म दे विच चाहिए है, ठीक है। जिहड़े रिजर्व्स ने रिजर्व्स इस केस दे विच किहड़ी फॉर्म दे विच चाहिए होंदे है ਆਪਾਂ ਨੂੰ, ਜਾਂ ਤਾਂ ਹੁਣ ਮੈਟਲ ਕੋਇਨਸ ਦੇ ਵਿੱਚ, ਠੀਕ ਹੈ, ਜਿਹਦੇ ਵਿੱਚ 골ਡ ਪਲੱਸ ਸਿਲਵਰ ਕੋਇਨਸ ਆ ਜਾਂਦੇ ਹੈ, ਠੀਕ ਹੈ, ਜਾਂ ਤਾਂ 골ਡ ਸਿਲਵਰ ਕੋਇਨਸ ਦੇ ਵਿੱਚ ਹੋਣ, ਠੀਕ ਹੈ, ਜਾਂ ਸੈਕਿੰਡ ਜਿਹੜਾ ਇਹਦੇ ਵਿੱਚ ਆ ਜਾਂਦਾ ਹੈ, ਜਾਂ ਫਿਰ ਆਪਣੇ ਕੋਲੇ ਸਿਕਿਉਰਿਟੀਜ਼ ਹੋਣ, ਠੀਕ ਹੈ, ਜੋ ਕਿ ਫਿਡਿਊਸ਼ਰੀ ਪੋਰਸ਼ਨ ਆ ਜਾਂਦਾ ਹੈ, ਠੀਕ ਹੈ, ਫਿਡਿਊਸ਼ਰੀ ਪੋਰਸ਼ਨ ਆ ਜਾਂਦਾ ਹੈ ਜਿਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਸਿਕਿਉਰਿਟੀਜ਼ ਦੀ। ਕੁਝ ਜਿਹੜੀਆਂ ਸਿਕਿਉਰਿਟੀਜ਼ ਹੋਣ ਉਹਦੇ ਵਿੱਚ ਜਿਹੜੇ ਹੈਗੇ ਆ ਇਹ ਆਪਣੇ ਕੋਲ ਰਿਜ਼ਰਵਸ ਹੋ ਸਕਦੇ ਹੈ, ਠੀਕ ਹੈ ਜੀ। ਸੋ ਇਹਦੇ ਵਿੱਚ ਜਿਹੜਾ ਹੈ ਕਨਵਰਟੇਬਲ ਪੇਪਰ ਮਨੀ ਦੇ ਵਿੱਚ ਬੇਸਿਕਲੀ ਇਹੀ ਚੀਜ਼ ਹੁੰਦੀ ਹੈ ਕਿ ਇਹ ਕਨਵਰਟ ਕਰ ਸਕਦੇ ਆਪਾਂ ਇਸ ਨੂੰ ਕਿਸ ਦੇ ਵਿੱਚ, ਜਿਹੜੇ ਆਪਣੇ ਕੋਲੇ 골ਡਨ, ਜਿਹੜੇ ਕੋ ਆਪਣੇ ਕੋਲ ਸਟੈਂਡਰਡ ਕੋਇਨਸ ਨੇ, ਠੀਕ ਹੈ। ਸੋ ਇਹਦੇ ਵਿੱਚ ਇਹ ਜਿਹੜੇ ਹੈਗੇ ਆ ਮੈਟੈਲਿਕ ਮਨੀ ਦਾ ਇੱਕ ਇਹਦੇ ਵਿੱਚ ਜਿਹੜਾ ਹੁੰਦਾ ਹੈ 골ਡਨ ਐਂਡ ਸਿਲਵਰ ਬੈਕਡ ਹੁੰਦੇ ਹੈ, ਠੀਕ ਹੈ। ਈਵਨ ਇਹਦੇ ਵਿੱਚ ਸਿਕਿਉਰਿਟੀਜ਼ ਬੈਕਡ ਵੀ ਹੁੰਦੇ, ਕਿਉਂਕਿ ਇਹਦੇ ਵਿੱਚ ਆਪਣੇ ਕੋਲ ਜਿੰਨਾ ਆਪਾਂ ਕੁਝ ਵੀ ਆਪਾਂ ਨੋਟਸ ਵਗੈਰਾ ਇਸ਼ੂ ਕਰਦੇ ਹਾਂ ਉਸ ਦੇ ਬਦਲੇ ਜਿਹੜੇ ਆਪਾਂ ਰਿਜ਼ਰਵ ਰੱਖਣੇ ਪੈਂਦੇ ਆ ਉਹ 골ਡ ਜਾਂ ਸਿਲਵਰ 'ਚ ਹੋਣੇ ਚਾਹੀਦੇ, ਜਾਂ ਫਿਰ ਫਿਡਿਊਸ਼ਰੀ ਦੇ ਵਿੱਚ ਆ ਜਾਂਦਾ ਜਿਹਦੇ ਸਿਕਿਉਰਿਟੀਜ਼ ਦੇ ਵਿੱਚ ਆਪਾਂ ਉਹਨਾਂ ਨੂੰ ਰਿਜ਼ਰਵਸ ਨੂੰ ਆਪਾਂ ਕੀ ਕਰ ਸਕਦੇ ਹਾਂ, ਰੱਖ ਸਕਦੇ ਹਾਂ, ਠੀਕ ਹੈ। ਇਹਦੇ ਉਸ ਤੋਂ ਬਾਅਦ ਜਿਹੜੀ ਨੈਕਸਟ ਹੈ ਥਰਡ ਟਾਈਪ ਆਪਣੀ ਹੈਗੀ ਹੈ ਉਹ ਹੈਗੀ ਇਨਕਨਵਰਟੇਬਲ ਪੇਪਰ ਮਨੀ। ਇਨਕਨਵਰਟੇਬਲ पेपर मनी, हाँ जी। इनकनवर्टेबल पेपर मनी केड़ी हुंदी है? इनकनवर्टेबल पेपर मनी इज दैट मनी
in which it is not convertible into standard coins and valuable metal, ठीक है, which is not convertible। मतलब की है ਆਪਾਂ ਨੂੰ ਨਾਮ ਦੇ ਇਨਕਨਵਰਟੀਬਲ ਉਹ ਜਿਹੜੀ ਕਨਵਰਟ ਨਾ ਹੋ ਸਕੇ, ਠੀਕ ਹੈ, ਵਿਚ ਇਜ਼ ਨਾਟ ਕਨਵਰਟੀਬਲ, ਕਿਹਦੇ ਵਿੱਚ ਜਿਹੜੀ ਹੈਗੀ ਉਹ ਕਨਵਰਟ ਨਹੀਂ ਹੋ ਸਕਦੀ, ਇਨਟੂ ਸਟੈਂਡਰਡ ਕੋਇਨਸ, ਕਨਵਰਟੀਬਲ ਇਨਟੂ ਸਟੈਂਡਰਡ coins, ठीक है, and valuable metal, and valuable metal, ठीक है, ਜਿਹਦੇ ਵਿੱਚ 골ਡ ਸਿਲਵਰ ਕੁਝ ਵੀ ਜਿਹੜਾ ਹੈਗਾ ਇਹ ਸਾਰੇ ਆ ਜਾਂਦੇ ਆ। ਤੇ ਉਸ ਤੋਂ ਬਾਅਦ ਜਿਹੜਾ ਹੈ ਇਸ ਨੂੰ ਆਪਾਂ ਕੀ ਕਹਿੰਦੇ ਇਨਕਨਵਰਟੀਬਲ ਪੇਪਰ ਮਨੀ ਆਪਾਂ ਇਸ ਨੂੰ ਆਖ ਦਿੰਦੇ ਆ। ਉਸ ਤੋਂ ਬਾਅਦ ਹੈਗਾ ਅੰਡਰ ਦਾ ਮੋਨਿਟਰੀ ਅਥਾਰਟੀ ਮੇਨਟੇਨਸ ਨੋ ਮੈਟੈਲਿਕ ਰਿਜ਼ਰਵਸ ਅਗੇਂਸਟ ਦਾ ਪੇਪਰ ਕਰੰਸੀ। ਇਸ ਕੇਸ ਦੇ ਵਿੱਚ ਜਿਹੜੀ ਹੈਗੀ ਆ ਮੋਨਿਟਰੀ ਅਥਾਰਟੀ ਹੈ, ਮੋਨਿਟਰੀ ਅਥਾਰਟੀ need not to reserve the metallic currency, ਜੋ ਹੈਗੇ ਆਪਣੇ ਕੋਲੇ ਮੈਟੈਲਿਕ ਜਿਹੜੀ ਕਰੰਸੀ ਹੈ ਉਸ ਨੂੰ ਰਿਜ਼ਰਵ ਕਰਨ ਦੀ ਜਿਹੜੀ ਹੈਗੀ ਹੈ ਕੋਈ ਵੀ ਜ਼ਰੂਰਤ ਨਹੀਂ ਹੁੰਦੀ, ਕਿਹਦੇ ਵਿੱਚ ਜਿਹੜਾ ਆਪਣੇ ਕੋਲ ਇਨਕਨਵਰਟੀਬਲ ਪੇਪਰ ਮਨੀ ਹੈ, ਠੀਕ ਹੈ। ਉਸ ਤੋਂ ਬਾਅਦ ਹੈਗਾ ਇਟ ਇਜ਼ ਆਲਸੋ ਗਿਵਸ ਨੋ ਗਾਰੰਟੀ ਟੂ ਕਨਵਰਟ ਦਾ ਪੇਪਰ ਕਰੰਸੀ ਇਨਟੂ ਗੋਲਡ ਐਂਡ ਸਿਲਵਰ। ਇਹਦੇ ਵਿੱਚ ਕੋਈ ਵੀ ਗਾਰੰਟੀ ਨਹੀਂ ਹੁੰਦੀ, ठीक है, it is not gives any guarantee to convert the paper currency into gold and silver, into gold and ਸਿਲਵਰ। ਮਤਲਬ ਆਪਾਂ ਗਾਰੰਟਲੀ ਇਹ ਨਹੀਂ ਕਹਿ ਸਕਦੇ ਕਿ ਆਪਾਂ ਨੂੰ ਜਿਹੜਾ ਹੈਗਾ 골ਡ ਐਂਡ ਸਿਲਵਰ ਆਪਾਂ ਨੂੰ ਕਨਵਰਟ ਹੋਊਗਾ, ਕਿਉਂ? ਕਿਉਂਕਿ ਸਿੰਪਲੀ ਪਹਿਲੀ ਲਾਈਨ ਦੇ ਵਿੱਚ ਆਪਾਂ ਇੱਕ ਚੀਜ਼ ਕਹੀ ਹੈ ਇਟ ਇਜ਼ ਨਾਟ ਕਨਵਰਟੀਬਲ ਇਨਟੂ ਸਟੈਂਡਰਡ ਕੋਇਨਸ, ਇਟ ਇਜ਼ ਨਾਟ ਕਨਵਰਟੀਬਲ ਇਨਟੂ ਸਟੈਂਡਰਡ ਕੋਇਨਸ, ਠੀਕ ਹੈ। ਉਸ ਤੋਂ ਬਾਅਦ ਇਹਦੀਆਂ ਕੁਝ ਮੈਰਿਟਸ ਨੇ, ਕੁਝ ਡੀਮੈਰਿਟਸ ਨੇ। ਆਪਾਂ ਪਹਿਲਾਂ ਇਹਦੀ ਜਿਹੜੀ ਹੈਗੀ ਮੈਰਿਟਸ ਦੀ ਗੱਲ ਕਰਾਂਗੇ। ਇਹਦੀ ਮੈਰਿਟ ਕੀ ਹੈ? ਸਭ ਤੋਂ ਪਹਿਲੇ ਕੀ ਹੈ? economize valuable metal, it economize valuable metal। ਹੁਣ ਇੱਕ ਚੀਜ਼ ਤਾਂ ਸਿੰਪਲ ਜੀ ਹੈ, ਜਦੋਂ ਆਪਾਂ ਪੇਪਰ ਕਰੰਸੀ ਜਿੱਥੇ ਵੀ ਆਪਾਂ ਗੱਲ ਕਰਾਂਗੇ ਉੱਥੇ ਇਹਦੀ ਇੱਕ ਫੀਚਰ ਇਹ ਤਾਂ ਹਰ ਇੱਕ ਜਗ੍ਹਾ ਦੇ ਉੱਪਰ ਤੁਸੀਂ ਲਿਖ ਦੇਣੀ ਹੈ ਇਟ ਇਕੋਨੋਮਾਈਜ਼ ਵੈਲਿਊਏਬਲ ਮੈਟਲ। ਕਿਉਂ? ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੀ ਆਪਣੇ ਕੋਲ ਮੈਟਲ ਹੈ ਉਸ ਤੋਂ ਉਹ ਡੈਪਰੀਸ਼ੀਏਟ ਹੁੰਦੀ ਹੈ, ਉਸ ਦੀ ਕੁਝ ਵੈਲਿਊ ਜਿਹੜੀ ਉਹ ਡਿਡਕਟ ਹੋ ਜਾਂਦੀ ਹੈ। ਉਸ ਤੋਂ ਬਚਣ ਦੇ ਲਈ ਜਿਹੜੀ ਹੈਗੀ ਅਗਰ ਆਪਾਂ ਪੇਪਰ ਕਰੰਸੀ ਦੀ ਗੱਲ ਕਰੀਏ ਉਹ ਆਪਾਂ ਨੂੰ ਕੀ ਹੈ ਹੈਲਪਫੁਲ ਰਹਿੰਦੀ ਹੈ, ਬੈਨੀਫੀਸ਼ੀਅਲ ਰਹਿੰਦੀ ਹੈ। ਉਸ ਤੋਂ ਬਾਅਦ ਇਹਦਾ ਜਿਹੜਾ ਹੈਗਾ ਸੈਕਿੰਡ ਹੈ ਇਟ ਇਜ਼ ਮੋਰ ਇਲਾਸਟਿਕ, ਇਹ ਜ਼ਿਆਦਾ ਇਲਾਸਟਿਕ ਹੁੰਦੀ ਹੈ। ਕਿਉਂ? ਕਿਉਂਕਿ ਆਪਾਂ ਨੂੰ ਇਹਦੇ ਵਿੱਚ ਜ਼ਿਆਦਾ ਜਿਹੜੀ ਹੈਗੇ ਜਿਹੜੇ ਆਪਣੇ ਕੋਲ ਮੈਟੈਲਿਕ ਕੋਇਨਸ ਨੇ ਜਾਂ ਆਪਣੇ ਕੋਲ ਜਿਹੜੇ ਮੈਟਲ ਹੈ ਉਹਨੂੰ ਆਪਾਂ ਨੂੰ ਰਿਜ਼ਰਵ ਦੇ ਵਿੱਚ ਰੱਖਣ ਦੀ ਉਨੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ, ਜਿਸ ਵਜ੍ਹਾ ਕਰਕੇ ਕੀ ਹੁੰਦਾ ਹੈ ਕਿ ਜਿਹੜੀ ਆਪਣੇ ਕੋਲ ਕਰੰਸੀ ਹੈ ਅਵੇਲੇਬਲ ਹੈ, ਠੀਕ ਹੈ, ਆਪਾਂ ਉਸ ਦੇ ਨਾਲ ਜਿਹੜੇ ਹੈਗੇ ਜਿਹੜਾ ਆਪਣੇ ਪੇਪਰ ਕਰੰਸੀ ਹੈ ਉਹਨੂੰ ਆਪਾਂ ਕੀ ਹੈ ਵਧਾ ਘਟਾ ਸਕਦੇ ਹਾਂ ਅਕੋਰਡਿੰਗ ਟੂ ਨੀਡ। ਜਿਸ ਤਰੀਕੇ ਨਾਲ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਆਪਾਂ ਉਸ ਨੂੰ ਕੀ ਹੈ ਘਟਾ ਵਧਾ ਸਕਦੇ ਹਾਂ, ਠੀਕ ਹੈ। ਸੋ ਜਿਹੜਾ ਇਹਦੇ ਵਿੱਚ ਇਹ ਕੀ ਹੈ ਜ਼ਿਆਦਾ ਇਟ ਇਜ਼ ਮੋਰ ਇਲਾਸਟਿਕ। ਦੈਨ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਸ ਦੀਆਂ ਡੀਮੈਰਿਟਸ ਦੀ। ਡੀਮੈਰਿਟਸ ਆਫ ਇਨਕਨਵਰਟੀਬਲ ਪੇਪਰ ਮਨੀ। ਡੀਮੈਰਿਟਸ ਹੁਣ ਇਹਦੇ ਡੀਮੈਰਿਟਸ ਕਿਹੜੀਆਂ ਨੇ? ਪਹਿਲੇ ਡੀਮੈਰਿਟ ਹੈਗੇ ਡੈਮੇਜ ਆਫ ਪੇਪਰ ਕਰੰਸੀ, ਡੈਮੇਜ ਆਫ ਪੇਪਰ ਕਰੰਸੀ। ਆਪਣਾ ਜਿਹੜੀ ਪੇਪਰ ਕਰੰਸੀ ਉਹ ਡੈਮੇਜ ਹੋ ਸਕਦੀ ਹੈ। ਅਗਰ ਆਪਾਂ ਕੋਇਨਸ ਦੀ ਗੱਲ ਕਰੀਏ, ਅਗਰ ਉਹਨੂੰ ਆਪਾਂ ਅੱਗ ਲਗਾ ਦਿੱਤਾ, ਜ਼ਰੂਰੀ ਇਹ ਚੀਜ਼ ਹੈ ਨਾ ਕਿ ਜਿਹੜਾ ਹੈਗਾ ਉਹਨੂੰ ਅੱਗ ਨਹੀਂ ਲੱਗ ਸਕਦੀ। ਸੋ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਹੈਗੀ ਡੈਮੇਜ ਆਫ ਪੇਪਰ ਕਰੰਸੀ ਦੇ ਵਿੱਚ ਕੀ ਹੈ ਇਹਦੀ ਇੱਕ ਡੀਮੈਰਿਟ ਹੈ ਕਿ ਆਪਣੇ ਕੋਲ ਜਿਹੜੀ ਕਰੰਸੀ ਹੈ, ਠੀਕ ਹੈ, ਉਹ ਕੀ ਹੈ ਡੈਮੇਜ ਹੋ ਜਾਂਦੀ ਹੈ।
ਸਪੋਜ਼ ਕਰੋ ਅਗਰ ਉਹ ਪਾਣੀ ਦੇ ਵਿੱਚ ਹੋਗੀ ਤਾਂ ਉਸ ਦੀ ਜਿਹੜੀ ਕੁਆਲਿਟੀ ਹੈ ਜਾਂ ਇੱਕ ਤਰੀਕੇ ਨਾਲ ਉਹ ਵੀ ਹੋ ਸਕਦਾ ਕਿ ਉਹ ਪੂਰੀ ਵਾਸ਼ ਆਊਟ ਹੋ ਜੇ। ਸੋ ਇਹ ਇੱਕ ਜਿਹੜੀ ਪੇਪਰ ਕਰੰਸੀ ਇਹਦੇ ਵਿੱਚ ਕੀ ਇਸ਼ੂ ਰਹਿੰਦਾ ਹੈ। ਬਟ ਅਗਰ ਆਪਾਂ ਕੋਇਨਸ ਦੀ ਗੱਲ ਕਰੀਏ ਤਾਂ ਕੋਇਨਸ ਦੇ ਜਿਹੜੇ ਹੈਗੇ ਉਹਨੂੰ ਕੁਝ ਵੀ ਨਹੀਂ ਹੁੰਦਾ। ਕੋਇਨਸ ਵਗੈਰਾ ਹੈਗੇ ਆ ਉਹਦੇ ਵਿੱਚ ਉਹ ਐਦਾਂ ਦੀ ਕੋਈ ਵੀ ਆਪਾਂ ਨੂੰ ਇਸ਼ੂ ਨਹੀਂ ਆਉਂਦਾ, ਠੀਕ ਹੈ। ਸੋ ਇਹਦੇ ਵਿੱਚ ਜਿਹੜੀ ਪਹਿਲੀ ਡਿਮੈਰਿਟ ਹੈ ਉਹ ਇਹ ਹੈਗੀ ਹੈ ਕਿ ਇਟ ਡੈਮੇਜ ਦਾ ਪੇਪਰ ਕਰੰਸੀ। ਦੈਨ ਫਿਰ ਹੈਗਾ ਲੈਸ ਪਬਲਿਕ ਕੌਨਫੀਡੈਂਸ। ਨੈਕਸਟ ਹੈਗਾ ਲੈਸ ਪਬਲਿਕ ਕੌਨਫੀਡੈਂਸ। ਲੈਸ ਪਬਲਿਕ ਕੌਨਫੀਡੈਂਸ ਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਇਨਕਨਵਰਟੀਬਲ ਪੇਪਰ ਮਨੀ ਦੀ ਤਾਂ ਉਹਦੇ ਵਿੱਚ ਕੀ ਹੈ ਕਿ ਆਪਣੇ ਕੋਲੇ ਜਿਹੜਾ ਕੌਨਫੀਡੈਂਸ ਹੈ ਉਹ ਕੀ ਹੈ ਘੱਟ ਹੁੰਦਾ ਹੈ, ਠੀਕ ਹੈ। ਉਹਦੇ ਵਿੱਚ ਕੀ ਹੈ ਕੌਨਫੀਡੈਂਸ ਘੱਟ ਕਿਉਂ ਹੁੰਦਾ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੀ ਆਪਣੇ ਕੋਲੇ ਕਰੰਸੀ ਹੈ ਕਰੰਸੀ ਇਟ ਇਜ਼ ਨਾਟ ਫੁਲੀ ਬੈਕਡ ਬਾय ਗੋਲਡ ਐਂਡ ਸਿਲਵਰ। ਗੋਲਡ ਐਂਡ ਸਿਲਵਰ ਦੇ ਦੁਆਰਾ ਜਿਹੜੀ ਹੈਗੀ ਫੁਲੀ ਬੈਕਡ ਨਹੀਂ ਹੈਗੀ, ਠੀਕ ਹੈ। ਸੋ ਇਸ ਕੇਸ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਲੋਕਾਂ ਦਾ ਉਹਨਾਂ ਜ਼ਿਆਦਾ ਕੌਨਫੀਡੈਂਸ ਨਹੀਂ ਬਣ ਪਾਉਂਦਾ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਚੀਜ਼ ਦਾ ਜਿਹੜਾ ਹੈਗਾ ਡਰ ਰਹਿੰਦਾ ਵੀ ਜਿਹੜਾ ਸਾਡੀ ਜਿਹੜੀ ਕਰੰਸੀ ਹੈ, ਠੀਕ ਹੈ, ਜਾਂ ਜਿਹੜੇ ਬੈਂਕ ਕਰਪਸੀ ਦੀ ਇੱਕ ਸਿਚੁਏਸ਼ਨ ਰਹਿੰਦੀ ਹੈ। ਇਸ ਵਜ੍ਹਾ ਕਰਕੇ ਜਿਹੜਾ ਹੈਗਾ ਇੱਕ ਲੋਕਾਂ ਨੂੰ ਜਿਹੜਾ ਇਸ ਦੇ ਵਿੱਚ ਕੀ ਹੈ ਕੌਨਫੀਡੈਂਸ ਹੈ ਉਹ ਪ੍ਰੋਪਰ ਨਹੀਂ ਹੋ ਸਕਦਾ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਜਿਹੜੀ ਆਪਣੀ ਟਾਈਪ ਹੈ ਉਹ ਹੈਗੀ ਫੀਅਟ ਮਨੀ ਦੀ। ਫੀਅਟ ਮਨੀ ਕਿਹੜੀ ਹੁੰਦੀ ਹੈ? ਫੀਅਟ ਮਨੀ ਜਿਹੜੀ ਹੈਗੀ ਹੈ ਉਹ ਇਟ ਇਜ਼ ਓਨਲੀ ਵੈਰਾਈਟੀ ਆਫ ਇਨਕਨਵਰਟੀਬਲ ਮਨੀ। ਇਹ ਜਿਹੜੀ ਇਨਕਨਵਰਟੀਬਲ ਮਨੀ ਦੀ ਕੀ ਹੈ ਵੈਰਾਈਟੀ ਹੈ। ਇਟ ਇਜ਼ ਓਨਲੀ ਵੈਰਾਈਟੀ ਆਫ ਇਨਕਨਵਰਟੀਬਲ ਮਨੀ, ਠੀਕ ਹੈ। ਇਹਦੇ ਵਿੱਚ ਜਿਹੜਾ ਹੈਗਾ ਇਟ ਇਜ਼ ਨਾਈਦਰ ਬੈਕਡ ਬਾय ਮੈਟੈਲਿਕ nor fiduciary reserves. It is backed neither by the metallic nor the fiduciary reserves, ठीक है जी। It is not backed by the metallic nor by the fiduciary reserves। ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜੀ ਮੋਨਿਟਰੀ ਅਥਾਰਟੀ ਹੈ, ਠੀਕ ਹੈ, ਇਹਦੇ ਵਿੱਚ ਕੋਈ ਵੀ ਗਾਰੰਟੀ ਆਪਾਂ ਨਹੀਂ ਦਿੰਦੀ ਕਿ ਜਿਹੜੀ ਹੈਗੀ ਫੀਅਟ ਮਨੀ ਹੈ ਉਹਨੂੰ ਆਪਾਂ ਜਿਹੜਾ ਹੈ ਕੀ ਕਰ ਸਕਦੇ ਹਾਂ, ਆਪਾਂ ਉਹਨੂੰ ਕਨਵਰਟ ਕਰ ਸਕਦੇ ਹਾਂ, ਠੀਕ ਹੈ। ਆਪਾਂ ਨੂੰ ਕੋਈ ਵੀ ਗਾਰੰਟੀ ਨਹੀਂ ਮਿਲਦੀ ਕਿ ਇਹ ਜਿਹੜੀ ਕਨਵਰਟ ਹੋਊਗੀ। ਇਟ ਇਜ਼ ਨॉन ਕਨਵਰਟੀਬਲ ਹੈ, ਠੀਕ ਹੈ, ਜਾਂ ਇਨਕਨਵਰਟੀਬਲ ਮਨੀ ਦੀ ਇੱਕ ਟਾਈਪ ਹੈ। ਇਹਦੇ ਵਿੱਚ ਜਿਹੜੀ ਆਪਾਂ ਨੂੰ ਕਰੰਸੀ ਵਗੈਰਾ ਇਸ਼ੂ ਹੁੰਦੀ ਹੈ, ਠੀਕ ਹੈ, ਇਹ ਨਾ ਹੀ ਮੈਟਲ ਦੁਆਰਾ ਨਾ ਹੀ ਫਿਡਿਊਸ਼ਰੀ ਰਿਜ਼ਰਵ ਦੁਆਰਾ ਬੈਕ ਹੁੰਦੀ ਹੈ, ਠੀਕ ਹੈ। ਇਹਦੇ ਕੁਝ ਕਰੈਕਟਰਿਸਟਿਕਸ ਨੇ। ਇਹਦੇ ਕਰੈਕਟਰਿਸਟਿਕਸ ਕਿਹੜੇ ਨੇ? ਇੱਕੋ ਜਿਹੜਾ ਕਰੈਕਟਰਿਸਟਿਕ ਇਹ ਹੈ ਕਿ ਇਹਦੇ ਵਿੱਚ ਜਿਹੜੀ ਇੰਟ੍ਰਿੰਸਿਕ ਵੈਲਿਊ ਹੈ ਇਸਦੀ, ਠੀਕ ਹੈ, ਇੰਟ੍ਰਿੰਸਿਕ ਵੈਲਿਊ ਹੈ that is less than face value। ਮਤਲਬ ਜਿੰਨੇ ਦੀ ਇਹ ਕਰੰਸੀ ਬਣਦੀ ਹੈ। ਅਗਰ ਹੁਣ ਇੰਟ੍ਰਿੰਸਿਕ ਵੈਲਿਊ ਕੀ ਹੁੰਦੀ ਹੈ? ਅਗਰ ਤੁਸੀਂ ਤੁਹਾਡੇ ਕੋਲ 10 ਰੁਪਏ ਦਾ ਕੋਇਨ ਹੈ, ਠੀਕ ਹੈ, ਉਸ ਤੋਂ ਅਗਰ ਤੁਸੀਂ ਐਜ਼ ਅ ਕੋਇਨ ਯੂਜ਼ ਕਰ ਰਹੇ ਹੋ, ਮਤਲਬ ਅਗਰ ਤੁਸੀਂ ਉਹਦੇ 10 ਰੁਪਏ ਲਿਖੇ ਹੋਏ ਤਾਂ ਤੁਸੀਂ 10 ਰੁਪਏ ਚੀਜ਼ ਉਹ ਤੋਂ ਕਿਸੇ ਵੀ ਦੁਕਾਨਦਾਰ ਤੋਂ ਜਾ ਕੇ ਉਹ ਖਰੀਦ ਸਕਦੇ ਹੋ। ਪਰ ਅਗਰ ਤੁਸੀਂ ਇਹ ਚੀਜ਼ ਚਾਹੋ ਕਿ ਤੁਸੀਂ ਜਿਹੜਾ ਹੈਗਾ ਉਸ ਚੀਜ਼ ਨੂੰ ਜਾ ਕੇ ਅਗਰ ਵੇਚ ਕੇ ਉਹਦੇ ਬਰਾਬਰ ਕਰੋ 10 ਰੁਪਏ ਦਾ ਨੋਟ ਹੈ, 10 ਰੁਪਏ ਦੇ ਨੋਟ ਦੀ ਗੱਲ ਕਰ ਕਿਉਂਕਿ ਆਪਾਂ ਉਹ ਗੱਲ ਕਰ ਰਹੇ ਹਾਂ ਪੇਪਰ ਕਰੰਸੀ ਦੀ। 10 ਰੁਪਏ ਦਾ ਨੋਟ ਦਾ ਜਿਹੜਾ ਅਗਰ ਤੁਸੀਂ ਮਾਰਕੀਟ ਚ ਲੈ ਜਾਂਦੇ ਹੋ ਤਾਂ ਤੁਸੀਂ 10 ਰੁਪਏ ਦੀ ਕੋਈ ਵੀ ਚੀਜ਼ ਖਰੀਦ ਸਕਦੇ ਹੋ। ਪਰ ਅਗਰ ਤੁਸੀਂ ਉਹਨੂੰ ਅਕੋਰਡਿੰਗ ਟੂ ਪੇਪਰ ਇੱਕ ਰੱਦੀ ਦੇ ਤਰੀਕੇ ਨਾਲ ਅਗਰ ਤੁਸੀਂ ਵਰਤੋਂ, ਅਗਰ ਤੁਸੀਂ ਉਹਨੂੰ ਨੋਟ ਨੂੰ ਪੇਪਰ ਨੂੰ ਵੇਚ ਕੇ ਅਗਰ ਤੁਸੀਂ ਚਾਹੋ ਕਿ ਤੁਸੀਂ ਕੀ ਚੀਜ਼ ਖਰੀਦ ਸਕਦੇ ਹੋ, ਪਰ ਤੁਹਾਨੂੰ ਉਸ ਦੇ ਨਾਲ ਜਿਹੜੀ ਹੈਗੀ ਉਸਦੇ ਉਹਨਾਂ ਜ਼ਿਆਦਾ ਇਕੁਅਲਾਈਜ਼ ਜਿਹੜੀ ਹੈਗੀ ਅਮਾਊਂਟ ਜਿਹੜੀ ਹੈਗੀ ਆ ਉਹ ਨਹੀਂ ਮਿਲਦੀ। ਸੋ ਇਸ ਕੇਸ ਦੇ ਵਿੱਚ ਕੀ ਹੈ ਕਿ ਜਿਹੜੀ ਫੀਅਟ ਮਨੀ ਹੈ ਇਹਦੀ ਇੱਕ ਇਹ ਪ੍ਰੋਬਲਮ ਰਹਿੰਦੀ ਹੈ ਕਿ ਇਹਦੇ ਵਿੱਚ ਜਿਹੜੀ ਹੈਗੀ ਹੈ ਇੰਟ੍ਰਿੰਸਿਕ ਵੈਲਿਊ ਹੈ ਉਹ ਕੀ ਫੇਸ ਵੈਲਿਊ ਦੇ ਤੋਂ ਜਿਹੜੀ ਹੁੰਦੀ ਹੈ ਜਿਹੜੀ ਫੇਸ ਵੈਲਿਊ ਜ਼ਿਆਦਾ ਹੁੰਦੀ ਹੈ, ਇੰਟ੍ਰਿੰਸਿਕ ਵੈਲਿਊ ਕੀ ਹੈ ਘੱਟ ਹੁੰਦੀ ਹੈ, ਠੀਕ ਹੈ। ਉਸ ਤੋਂ ਬਾਅਦ ਹੈਗਾ ਨਾਟ ਕਨਵਰਟਡ, ਇਹ ਵਾਲੀ ਇਨਕਨਵਰਟੀਬਲ ਹੁੰਦੀ ਹੈ, ਠੀਕ ਹੈ। ਦਾ ਸੈਕੰਡ ਕਰੈਕਟਰਿਸਟਿਕਸ ਇਹੀ ਨੇ ਕਿ ਇਟ ਇਜ਼ ਨਾਟ ਕਨਵਰਟੀਬਲ, ਨਾਨ ਕਨਵਰਟੀਬਲ ਹੁੰਦੀ ਹੈ। ਥਰਡ ਇਹਦੇ ਵਿੱਚ ਆ ਜਾਂਦਾ ਹੈ ਐਕਸੈਪਟ ਇਨ ਟ੍ਰਾਂਜੈਕਸ਼ਨ ਐਟ ਫੇਸ ਵੈਲਿਊ। ਇਟ ਐਕਸੈਪਟਡ ਇਨ ਟ੍ਰਾਂਜੈਕਸ਼ਨ ਐਟ ਫੇਸ ਵੈਲਿਊ, ਠੀਕ ਹੈ। ਇਹਨੂੰ ਆਪਾਂ ਕੀ ਹੈ ਐਕਸੈਪਟ ਕਰ ਸਕਦੇ ਹਾਂ ਐਜ਼ ਅ ਟ੍ਰਾਂਜੈਕਸ਼ਨ,
ठीक है कीज के बिहाफ के उपर यदि फेस वैल्यू के बिहाफ के उपर कि यदि फेस वैल्यू के इक्वलाइज जोड़ा है आप की कर सकते हैं यूज कर सकते हैं एक्सैप्ट करते हैं। उस तो बाद नैक्सट टाइप आ जाती है क्रैडिट मनी की। क्रैडिट मनी क्रैडिट मनी जी है हुण लॉन्च हुई है। क्रैडिट मनी की होंगी है विद द डेवलपमेंट ऑफ बैंकिंग एक्टिविटी with the development of banking activity बैंकिंग एक्टिविटी की डिवेलपमेंट के नाल जिहड़ी है क्रैडिट मनी की है ये भी डिवेलप होंदी है। जिवें कि इहदे विच आपां की कुछ इनकलूड कर लैंदे आ आपां इहदे विच इनकलूड कर लैंदे आ चैक्स हो गए, ठीक है चैक हो गए, क्रैडिट कार्ड हो गया, क्रैडिट कार्ड डैबिट कार्ड जिन्हों आप प्लास्टिक मनी दे विच भी लै लैंदे आ। सो ये सारे जिहड़े हैगे ये चीज़ां किहदे नाल ओवरड्राफ्टिंग दी हो गई, ठीक है ये चीज़ां जिहड़ियां बॉन्ड्स हो गए ये सारे जिहड़े हैगे है किस दे नाल हुंदे क्रैडिट मनी दे अंडर आ जांदे है। पर यह किवें काम करनगे जिवें ही जिहड़ा हैगा बैंकिंग एक्टिविटीज़ की है इंप्रूव होणगीਆਂ, ठीक है। अगर लोगों को बैंकिंग एक्टिविटीज़ के बारे पता होगा बैंकिंग एक्टिविटीज़ इंप्रूव ने, ठीक है टैक्नोलॉजी इंप्रूवड है उस सिचुएशन के जी क्रैडिट मनी है वो की है हेल्पफुल होगी, ठीक है। सो इस चीज़ के जी नसैसरी चीज़ की है वो यही है कि लोगों को बैंकिंग एक्टिविटीज़ की नॉलेज होनी चाहिए है, लोगों को पता होना चाहिए कि बैंक्स के जो ट्रांजैक्शनस ने किस तरीके की जांदियां ने, ठीक है। उस तो बाद जोड़ा है उन्होंने कोल जिहड़े बैंकिंग फैसिलिटीज़ ने वो प्रॉपर होने चाहिए ने, मतलब लोकलाइज होने चाहिए ने, ठीक है। उन्होंने एक तरीके नाल आपां ये कह दईए कि उन्होंने ज़्यादा जी बॉदरेशन नहीं होनी चाहिए इन्हां चीज़ों को यूज़ करने के, या आप कह दईए कि अगर कोई किसी ने सानूं चैक कट के दिता तो वह इमीडिएट वो काम हो जाए ਤਾਂ ही ਜਿਹੜਾ है क्रैडिट मनी है ज़्यादा एक्सपैंड होगी, अदरवाइज नहीं होगी क्योंकि अगर कंज्यूमर इस केस ਦੇ ਵਿੱਚ ਜਿਹੜੀਆਂ प्रॉब्लम्स ने अगर उन्होंने फेस कर रहा है दैन फिर क्रैडिट मनी ਨੂੰ ਜਿਹੜਾ ਆਪਾਂ अगर गल करें एक्सपैंड करने की तो वो पॉसिबल नहीं होगा। उस दे ਲਈ ਜ਼ਰੂਰੀ है कि ਜਿਹੜੀਆਂ बैंकिंग फैसिलिटीज़ ने, ठीक है सर्विसेज ने वो इंप्रूवड होन, ठीक है। तो उस केस ਦੇ ਵਿੱਚ ਜਿਹੜੀ क्रैडिट मनी है वो कि ਆਪਾਂ ਨੂੰ हेल्प करती है, ठीक है जी। सो ਆਪਾਂ ਜਿਹੜਾ ਹੈਗਾ टाइप्स ऑफ मनी ਨੂੰ कंप्लीट कर लिया। अज ਆਪਾਂ ਇਸ ਦੇ ਵਿੱਚ जिन्ना भी सी टाइप्स ऑफ मनी ਦਾ ਉਹ ਆਪਾਂ ਸਾਰਾ ਜਿਹੜਾ ਪੜ੍ਹ ਲਿਆ। ਨੈਕਸਟ ਜਿਹੜੀ ਵੀਡੀਓ ਹੋਊਗੀ ਉਸ ਦੇ ਵਿੱਚ ਆਪਾਂ ਗੱਲ ਕਰਾਂਗੇ ਸਟੈਂਡਰਡ ਮੋਨਿਟਰੀ ਸਟੈਂਡਰਡਸ ਦੀ, ਜਿਹਦੇ ਵਿੱਚ ਆਪਾਂ ਮੈਟੈਲਿਕ ਸਟੈਂਡਰਡ, ਪੇਪਰ ਸਟੈਂਡਰਡ, ਸਿਸਟਮ ਆਫ ਨੋਟਸ ਇਸ਼ੂਡ ਇਨ ਇੰਡੀਆ ਆਪਾਂ ਇਹ ਸਾਰਾ ਜਿਹੜਾ ਪੜਾਂਗੇ, ਠੀਕ ਹੈ ਜੀ। ਥੈਂਕ ਯੂ ਸੋ ਮਚ, ਹੈਵ ਅ ਗੁੱਡ ਡੇ, ਸਟੇ ਹੋਮ, ਸਟੇ ਸੇਫ, ਥੈਂਕਸ ਅ ਲੋਟ।